वाहे गुरु 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 वाहिगुरू गुरु जी की साजी नवाजी गुरु रूप गुरु प्यारी साध संगत जी वाहिगुरू जी का खालसा वाहिगुरू जी की फतेह। गुरमुख प्यारिओ जो आपां नूं गुरबाणी गुरु विच गुरु साहिबानां ने भगतां ने संतां ने साधुआं ने गुरसिखां ने उपदेश दिता है। सतगुरु समझाउंदे कि जिहड़े गुरमुख अपने आपे दी परख करदे मन की परख करदे अपने आपे दी पहचान करदे उन्हां नूं गुरबाणी गुरु विच असल पारखू कहंदे। सतगुरु कहंदे भी जिन्हों ये दोवें भेत ने रोग दा ते दारू दा जिहड़ा मन दे रोगां नूं भी जाणदा है ते इन्हां रोगां दा दारू की है दारू भी जाणदा उस नूं कहंदे भी ये असली वैद ये सुजान है ये सियाणा है ये सियाणा हकीम है। सतगुरु फरमाउंदे नानक परखे आप को पारख जान रोग दारू दोवें बूझे तां वैद सुजान। जिहड़ा रोग ते रोग दा दारू दोवें बुझदा दोवें जानदा वो कहंदे सियाणा वैद वो सुजान है वो अकल वाला। और आपां नूं फिर कहंदे बई तुसीं भी ये बुझो
ਤੁਸੀਂ ਵੀ ਪਰਖ ਕਰੋ ਆਪਣੇ ਆਪੇ ਦੀ, ਨਾ ਕਿ ਕਿਸੇ ਹੋਰ ਦੀ ਕਰਨੀ। ਅਸੀਂ ਆਪਣੇ ਆਪੇ ਦੀ ਪਰਖ ਕਰਨੀ ਵੀ ਸਾਡੇ ਮਨ ਨੂੰ ਕਿਹੜੇ ਰੋਗ ਲੱਗੇ। ਹੁਣ ਉਹਨਾਂ ਰੋਗਾਂ ਦਾ ਦਾਰੂ ਕੀ ਹੈ? ਤੇਰੇ ਦਾਰੂ ਨੂੰ ਬੁੱਝਣਾ, ਦਾਰੂ ਨੂੰ ਜਾਣਨਾ। ਹੁਣ ਆਪਣੇ ਮਨ ਨੂੰ ਜਿਹੜੇ ਰੋਗ ਲੱਗੇ, ਸਭ ਤੋਂ ਵੱਡਾ ਰੋਗ ਇਹਨੂੰ ਜਨਮ ਮਰਨ ਦਾ ਲੱਗੇ, ਜਿਹੜਾ ਅਸੀਂ ਵਾਰ-ਵਾਰ ਆਕਾਰਾਂ ਦੇ ਵਿੱਚ ਆਉਂਦੇ ਹਾਂ, ਵਾਰ-ਵਾਰ ਅਸੀਂ ਜੰਮਦੇ ਮਰਦੇ ਹਾਂ, ਅੱਗੇ ਦੀ ਅੱਗੇ ਅਸੀਂ ਆਕਾਰਾਂ ਦੇ ਵਿੱਚ ਤੁਰੇ ਜਾ ਰਹੇ ਹਾਂ। ਇਹ ਸਾਡੇ ਮਨ ਨੂੰ ਰੋਗ ਲੱਗੇ ਜਨਮ ਮਰਨ 'ਚ। ਹੁਣ ਇਹ ਰੋਗ ਸਾਡਾ ਕਿਵੇਂ ਕੱਟਿਆ ਜਾਵੇ, ਕਿਵੇਂ ਸਾਡਾ ਰੋਗ ਖਤਮ ਹੋਵੇ ਤੇ ਅਸੀਂ ਸਦਾ ਵਾਸਤੇ ਰੋਗ ਰਹਿਤ ਹੋ ਜਾਈਏ, ਅਸੀਂ ਅਰੋਗ ਹੋ ਜਾਈਏ। ਔਰ ਉਹਦੇ ਉੱਤੇ ਆਪਾਂ ਵਿਚਾਰ ਕਰਨੀ ਹੁੰਦੀ। ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਸਤਿਗੁਰਾਂ ਦੀ ਹਜ਼ੂਰੀ ਅੰਦਰ ਆਉਂਦੀ, ਸਤਿਗੁਰੂ ਫਿਰ ਆਪਾਂ ਨੂੰ ਇਹਨਾਂ ਦੁੱਖਾਂ ਤੋਂ, ਇਹਨਾਂ ਰੋਗਾਂ ਤੋਂ ਵੀ ਜਾਣੂ ਕਰਾਉਂਦੇ। ਫਿਰ ਇਹ ਰੋਗ ਸਾਡੇ ਕਿਵੇਂ ਮਿਟਣੇ, ਇਹਨੇ ਮਿਟਾਉਣੇ, ਸਾਨੂੰ ਉਹਦਾ ਵੀ ਭੇਤ ਦਿੰਦੇ। ਸਤਿਗੁਰੂ ਸਾਨੂੰ ਸਮਝਾਉਂਦੇ ਵੀ ਜੋ ਨਿਰੰਕਾਰ ਵਾਹਿਗੁਰੂ ਸਾਡਾ ਮੂਲ ਹੈ, ਪਰਮਾਤਮਾ ਰੋਗੀਆਂ ਦੇ ਰੋਗ ਖੰਡਨ ਕਰ ਦਿੰਦੇ। ਦੁਖੀਆਂ ਦੇ ਜਿਹੜੇ ਸੋਗ, ਉਹ ਸੋਗ ਮਿਟਾ ਦਿੰਦਾ, ਗਮ ਚਿੰਤਾ ਸਾਰੇ ਖਤਮ ਕਰ ਦਿੰਦੇ। ਮਾਰੇ ਫਰਮਾਉਂਦੇ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਸੋਗ। ਬਈ ਜਿਹੜਾ ਸਾਡੇ ਮਨ ਨੂੰ ਰੋਗ ਲੱਗਿਆ, ਇਹ ਸਾਡਾ ਰੋਗ ਖੰਡਨ ਕਰਦੀ। ਖੰਡਨ ਕਦੋਂ ਹੁੰਦਾ? ਜਦੋਂ ਅਸੀਂ ਨਾਮ ਦੇ ਨਾਲ ਜੁੜਦੇ, ਜਦੋਂ ਅਸੀਂ ਨਾਮ 'ਚ ਸਮਾਵਾਂਗੇ, ਨਾਮ ਦੁਆਰਾ ਸਾਡਾ ਇਹ ਜਨਮ ਮਰਨ ਦਾ ਰੋਗ ਜਿਹੜਾ ਇਹ ਖੰਡਨ ਹੁੰਦਾ। ਜੋ ਮਾਰੇ ਸਾਨੂੰ ਰੋਜ਼ ਸਮਝਾਉਂਦੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੀ। ਬਈ ਉਹਨਾਂ ਦਾ ਜਿਹੜਾ ਦੁੱਖ ਉਹ ਖੰਡਨ ਹੋ ਗਿਆ, ਜਨਮ ਮਰਨ ਦਾ ਰੋਗ ਕੱਟਿਆ ਗਿਆ, ਜਿਹੜੇ ਨਾਮ ਦੇ ਨਾਲ ਜੁੜ ਗਏ, ਜਿਹੜੇ ਨਾਮ 'ਚ ਸਮਾ ਗਏ। ਜਿਸ ਤੱਕ ਅਸੀਂ ਨਾਮ ਨੂੰ ਬੁੱਝਦੇ ਨਹੀਂ, ਉਹਨਾਂ ਸਮਾਂ ਸਾਡਾ ਇਹ ਰੋਗ ਜਿਹੜਾ ਇਹ ਕੱਟਿਆ ਨਹੀਂ ਜਾਂਦਾ, ਖਤਮ ਨਹੀਂ ਹੁੰਦਾ ਸਾਡਾ ਰੋਗ। ਅਸੀਂ ਜਨਮ ਮਰਨ ਦੇ ਚੱਕਰ 'ਚ ਪਈ ਰਹੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ, ਭੇਜ ਦਿੱਤਾ ਬਈ ਸਾਡੇ ਰੋਗ ਜੜ੍ਹਾਂ ਤੋਂ ਹੀ ਖਤਮ ਹੋ ਜਾਣ, ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋ ਜਾਈਏ, ਸਦਾ ਲਈ ਅਮਰ ਹੋ ਜਾਈਏ। ਉਹਦੇ ਵਾਸਤੇ ਫਿਰ ਸਤਿਗੁਰਾਂ ਨੇ ਆਪਾਂ ਨੂੰ ਇਹ ਸਾਰਾ ਉਪਦੇਸ਼ ਦਿੱਤਾ, ਸਾਰਾ ਭੇਜ ਦਿੱਤਾ। ਸੋ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ, ਸਤਿਗੁਰਾਂ ਦੇ ਸਕੂਲ ਵਿੱਚ ਆਉਂਦੇ ਹਾਂ, ਇੱਥੇ ਫਿਰ ਇਹੋ ਵਿਚਾਰ ਚੱਲਦੀ ਬਈ ਕਿਹੜੇ ਸਾਡੇ ਮਨ ਨੂੰ ਰੋਗ ਲੱਗੇ ਨੇ ਅਤੇ ਕਿਵੇਂ ਰੋਗ ਖੰਡਨ ਹੋਣੇ। ਸਾਰੀ ਜਿਹੜੀ ਕਹਾਣੀ ਇਹ ਆਪਣੇ ਮਨ ਦੀ ਚੱਲਦੀ। ਇਹ ਜਿਹੜਾ ਸਰੀਰ ਹੈ, ਸਰੀਰ ਨੂੰ ਗੁਰੂ ਨਾਨਕ ਦੇ ਘਰ ਨੇ ਪਿੰਡ, ਖੇਤ, ਧਰਤੀ, ਦੇਸ਼, ਘਰ, ਸ਼ਹਿਰ ਕਹਿ ਕੇ ਪਾਸੇ ਕਰ ਦਿੱਤਾ। ਜਿਹੜਾ ਇਹਦੇ ਅੰਦਰ ਮਨ ਵਸਦਾ, ਜਿਹੜਾ ਸਵੇਰੇ ਆਉਂਦਾ ਹੈ ਅਤੇ ਰਾਤ ਨੂੰ ਇਹ ਸਰੀਰ ਨੂੰ ਛੱਡ ਕੇ ਚਲਾ ਜਾਂਦਾ। ਸਾਰੀ ਕਹਾਣੀ ਉਹ ਮਨ ਦੀ ਚੱਲਦੀ। ਹੁਣ ਜਿਹੜਾ ਮਨ ਹੈ ਇਹ ਜੋਤ ਸਰੂਪ ਹੈ, ਪ੍ਰਕਾਸ਼ ਰੂਪ ਹੈ।
ਸਾਡਾ ਜੋ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ ਉਹ ਵੀ ਪ੍ਰਕਾਸ਼ ਰੂਪ ਹੈ, ਆਪਾਂ ਵੀ ਪ੍ਰਕਾਸ਼ ਰੂਪ। ਤਾਈਓ ਫਿਰ ਆਪਣੇ ਮਨ ਨੂੰ ਸਮਝਾਉਂਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਮਨ ਨੂੰ ਕਹਿੰਦੇ ਵੀ ਤੂੰ ਜੋਤ ਸਰੂਪ ਹੈ, ਤੂੰ ਪ੍ਰਕਾਸ਼ ਰੂਪ ਹੈ, ਤੂੰ ਪਹਿਚਾਣ ਕਰ ਆਪਣੇ ਆਪੇ ਦੀ ਵੀ ਤੂੰ ਕੌਣ ਹੈ। ਤੂੰ ਪਰਖ ਕਰ ਆਪਣੇ ਆਪੇ ਦੀ ਪਹਿਚਾਣ ਕਰ ਅਤੇ ਆਪਦੇ ਮੂਲ ਦੀ ਪਹਿਚਾਣ ਕਰ। ਮਾਲਕ ਤੇਰੇ ਹਰ ਸਮੇਂ ਨਾਲ ਹੈ, ਗੁਰੂ ਦੀ ਮੱਤ ਲੈ ਕੇ ਤੂੰ ਮਾਲਕ ਦਾ ਸੁੱਖ ਲੈ, ਆਨੰਦ ਮਾਣ। ਉਹਦੇ ਸਨਮੁਖ ਹੋ ਤੇ ਉਹਦੀ ਗੋਦ ਦੇ ਵਿੱਚ ਖੇਲ, ਉਹਦੇ ਸਨਮੁਖ ਰਹਿ ਕੇ ਆਨੰਦ ਮਾਣ, ਸੁੱਖ ਲੈ, ਸਦਾ ਸੁਖੀ ਹੋ। ਔਰ ਇਸ ਵਾਸਤੇ ਫਿਰ ਜਿੰਨਾ ਵੀ ਉਪਦੇਸ਼ ਹੈ ਇਹ ਆਪਣੇ ਮਨ ਨੂੰ ਦਿੱਤਾ ਜਾਂਦਾ, ਸਾਰੀ ਕਹਾਣੀ ਮਨ ਦੀ ਹੈ। ਹੁਣ ਇਹ ਆਮ ਜੀਵਨ ਨੂੰ ਕਿਉਂ ਨਹੀਂ ਗੁਰਬਾਣੀ ਸਮਝ ਆਉਂਦੀ? ਕਿਉਂਕਿ ਉਹ ਸਰੀਰ ਦੇ ਨਾਲ ਜੁੜੇ, ਤਨ ਦੇ ਨਾਲ। ਉਹਨੂੰ ਨਹੀਂ ਭੇਦ ਵੀ ਮਨ ਇਸ ਸਰੀਰ ਤੋਂ ਵੱਖਰਾ ਹੈ। ਮਨ ਦੇ ਕਰਮ ਇੰਦਰੀ, ਗਿਆਨ ਇੰਦਰੀ ਵੱਖਰੇ ਨੇ। ਇਹ ਜਿਹੜਾ ਸਰੀਰ ਹੈ ਇਹ ਸਰੀਰ ਵੱਖਰਾ ਹੈ, ਤਨ। ਇਹ ਤਨ ਦੇ ਰੋਗ ਵੱਖਰੇ ਨੇ, ਮਨ ਦੇ ਰੋਗ ਵੱਖਰੇ ਨੇ। ਤਨ ਦੀ ਸਰੀਰ ਦੀ ਖੁਰਾਕ ਵੱਖਰੀ ਹੈ, ਇਹਦਾ ਭੋਜਨ ਵੱਖਰਾ ਹੈ, ਮਨ ਦਾ ਭੋਜਨ ਵੱਖਰਾ ਹੈ। ਤਨ ਵਾਸਤੇ ਆਪਾਂ ਪ੍ਰਸ਼ਾਦਾ ਭੋਜਨ ਛਕਦੇ ਹਾਂ, ਮਨ ਦੀ ਇਹ ਖੁਰਾਕ ਨਹੀਂ। ਤਨ ਦੇ ਜਿਹੜੇ ਰੋਗ ਇਹਨਾਂ ਵਾਸਤੇ ਸੰਸਾਰ ਦੇ ਡਾਕਟਰ ਨੇ, ਸੰਸਾਰ ਦੇ ਵਿੱਚ ਦਵਾਈਆਂ ਬਣਾਈਆਂ ਇਹ ਤਨ ਨੂੰ ਠੀਕ ਕਰਨ ਵਾਸਤੇ। ਮਨ ਦਾ ਇਲਾਜ ਕਰਨ ਵਾਸਤੇ ਸੰਸਾਰ 'ਚ ਕੋਈ ਦੁਨਿਆਵੀ ਡਾਕਟਰ ਨਹੀਂ ਹੈ ਵੀ ਜਿਹੜਾ ਮਨ ਦਾ ਇਲਾਜ ਕਰੇ। ਮਨ ਵਾਸਤੇ ਇਹ ਸੰਸਾਰ ਦੇ ਵਿੱਚ ਕੋਈ ਦਾਰੂ ਨਹੀਂ, ਐਸੀ ਕੋਈ ਦਾਰੂ ਬਣੀ ਨਹੀਂ ਵੀ ਜਿਹਦੇ ਨਾਲ ਮਨ ਦਾ ਇਲਾਜ ਹੋ ਸਕੇ। ਮਨ ਦੇ ਦੁੱਖ ਵੱਖਰੇ, ਮਨ ਦੇ ਰੋਗ ਵੱਖਰੇ, ਅਤੇ ਮਨ ਦਾ ਦਾਰੂ ਵੀ ਵੱਖਰਾ ਹੈ, ਮਨ ਦਾ ਵੈਦ ਵੀ ਵੱਖਰਾ ਹੈ ਸੰਸਾਰ ਦੇ ਵੈਦਾਂ ਨਾਲ। ਹੁਣ ਆਮ ਜੀਵ ਸਰੀਰ ਦੇ ਨਾਲ ਜੁੜਿਆ ਹੋਣ ਕਰਕੇ ਉਹਦੀ ਜਿੰਨੀ ਵੀ ਭੱਜ ਦੌੜ ਹੈ ਇਹ ਸਰੀਰ ਵਾਸਤੇ, ਤਨ ਵਾਸਤੇ। ਗੁਰਬਾਣੀ ਵੀ ਪੜ੍ਹਦਾ ਇਹ ਤਨ ਵਾਸਤੇ ਵੀ ਕਿਵੇਂ ਤਨ ਨੂੰ, ਮੇਰੇ ਨੂੰ ਜਿਹੜਾ ਰੋਗ ਲੱਗੇ ਰੋਗ ਠੀਕ ਹੋ ਜੇ, ਕਿਵੇਂ ਸਾਡਾ ਕਾਰੋਬਾਰ ਵਧੀਆ ਚੱਲ ਪਵੇ, ਇਹਦੇ ਵਿੱਚ ਕੋਈ ਰੁਕਾਵਟ ਨਾ ਪਵੇ। ਜਾਣੀ ਦੀ ਇਸੇ ਤੱਕ ਹੀ ਸੀਮਤ। ਗੁਰੂ ਘਰ ਵੀ ਜਾਂਦਾ, ਤੀਰਥਾਂ 'ਤੇ ਵੀ ਜਾਂਦਾ, ਅਤੇ ਇਸੇ ਵਾਸਤੇ ਵੀ ਮੇਰੇ ਸਰੀਰ ਦਾ ਰੋਗ ਠੀਕ ਹੋ ਜੇ। ਮੈਨੂੰ ਸੰਸਾਰ ਦੀ ਜਿਹੜੀ ਦਾਤ ਕੋਈ ਚਾਹੀਦੀ ਉਹ ਦਾਤ ਮਿਲ ਜੇ। ਅਤੇ ਸਤਿਗੁਰੂ ਸਾਨੂੰ ਜੋ ਗੁਰਬਾਣੀ ਗੁਰੂ 'ਚ ਸਮਝਾ ਰਹੇ ਉਹ ਸਾਨੂੰ ਮਨ ਦਾ ਭੇਦ ਦੇ ਰਹੇ, ਮਨ ਦੇ ਰੋਗਾਂ ਤੋਂ ਜਾਣੂ ਕਰਾ ਰਹੇ। ਉਹ ਸਾਨੂੰ ਭੇਜ ਦਿੰਦੇ ਵੀ ਅਸੀਂ ਗੁਰਬਾਣੀ ਗੁਰੂ ਨੂੰ ਕਾਹਦੇ ਵਾਸਤੇ ਪੜ੍ਹਨਾ, ਸਾਧ ਸੰਗਤ ਅਸੀਂ ਕਾਹਦੇ ਵਾਸਤੇ ਕਰਨੀ, ਗੁਰੂ ਘਰ ਅਸੀਂ ਜਾਣਾ, ਅਸੀਂ ਕੀ ਲੈਣ ਵਾਸਤੇ ਜਾਣਾ, ਗੁਰੂ ਨਾਨਕ ਦੇ ਘਰ 'ਚੋਂ ਸਾਨੂੰ ਕਿਹੜੀ ਦਾਤ ਮਿਲਦੀ ਹੈ, ਅਸੀਂ ਕੀ ਲੈਣਾ ਇੱਥੋਂ ਆ ਕੇ। ਸੋ ਇਹ ਸਾਰਾ ਫਿਰ ਸਾਡੇ ਮਨ ਵਾਸਤੇ। ਔਰ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਦ ਤੱਕ ਅਸੀਂ ਇਹ ਮਨ ਦਾ ਭੇਤ ਨਹੀਂ ਲੈਂਦੇ, ਅਸੀਂ ਮਨ ਨੂੰ ਇਸ ਸਰੀਰ ਤੋਂ ਵੱਖਰਾ ਨਹੀਂ ਸਮਝਦੇ। ਮਨ ਦਾ ਜਿਹੜਾ ਤਨ ਹੈ, ਤਨ ਨੂੰ ਸਰੀਰ ਤੋਂ ਵੱਖਰਾ ਨਹੀਂ ਸਮਝਦੇ। ਉਹਨਾਂ ਸਮਾਂ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਨਹੀਂ ਆਉਂਦੀ।
ਜੇ ਅਸੀਂ ਪੜ੍ਹਾਂਗੇ ਵੀ ਤ੍ਰੈ ਗੁਣਾਂ 'ਚ ਹੀ ਪੜ੍ਹਾਂਗੇ ਮਾਇਆ ਦੇ ਵਿੱਚ, ਤੇ ਮਾਇਆ ਦੀ ਅਰਥ ਕੱਢਾਂਗੇ। ਜਿਸ ਨੂੰ ਮਹਾਰਾਜ ਕਹਿੰਦੇ ਤ੍ਰੈ ਗੁਣ ਪੜ੍ਹੇ ਹਰ ਤਤ ਨ ਜਾਣੇ, ਮੂਲੋਂ ਭੋਲੇ ਗੁਰ ਸ਼ਬਦ ਨਾ ਪਛਾਣੀ। ਬਈ ਤ੍ਰੈ ਗੁਣਾਂ 'ਚ ਜੀਵ ਗੁਰਬਾਣੀ ਨੂੰ ਪੜ੍ਹ ਕੇ ਸੰਸਾਰ ਦਾ ਹੀ ਅਰਥ ਕੱਢਦਾ, ਸੰਸਾਰ ਵਾਸਤੇ ਹੀ ਪੜ੍ਹਦਾ, ਨਾ ਤਾਂ ਹਰ ਤੱਤ ਨੂੰ ਜਾਣਦਾ ਗੁਰ ਸ਼ਬਦ ਨੂੰ, ਤੇ ਨਾ ਆਪਣੇ ਮੂਲ ਨੂੰ ਜਾਣਦਾ, ਸੱਚ ਨੂੰ, ਪ੍ਰਕਾਸ਼। ਸੋ ਤ੍ਰੈ ਗੁਣਾਂ 'ਚ ਫਿਰ ਗੁਰਬਾਣੀ ਪੜ੍ਹ ਕੇ ਜੀਵ ਕਥਾ ਵਿਚਾਰ ਵੀ ਕਰਦੇ। ਭਾਰੇ ਤ੍ਰੈ ਗੁਣਾਂ ਦਾ ਰਸਤਾ ਹੈ ਧਾਤ ਦਾ ਰਸਤਾ। ਨਾ ਤਾਂ ਉਹ ਆਪ ਜੀਵਨ ਮੁਕਤ ਹੁੰਦੇ, ਉਹ ਮੋਖ ਦੇ ਦਰ 'ਤੇ ਵੀ ਨਹੀਂ ਪਹੁੰਚਦੇ, ਤੇ ਨਾ ਜਿਹੜੇ ਸੁਣਨ ਵਾਲੇ ਉਹ ਪਹੁੰਚਦੇ। ਮਹਾਰਾਜ ਕਹਿੰਦੇ ਤ੍ਰੈ ਗੁਣ ਸਭਾ ਧਾਤ ਹੈ, ਪੜ੍ਹ ਪੜ੍ਹ ਕਰੇ ਵਿਚਾਰ, ਮੁਕਤ ਕਦੇ ਨਾ ਹੋਵੇ ਨਾ ਪਾਇਣ ਮੋਖ ਦਵਾਰ। ਬਈ ਉਹ ਜੀਵਨ ਮੁਕਤ ਹੁੰਦੇ ਹੀ ਨਹੀਂ, ਨਾ ਜਿਹੜੇ ਕਥਾ ਕਰਦੇ ਉਹ ਹੁੰਦੇ, ਨਾ ਜਿਹੜੇ ਸੁਣਨ ਵਾਲੇ ਉਹ ਹੁੰਦੇ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਕਿਉਂ ਨਹੀਂ ਹੁੰਦੇ, ਕਿਉਂਕਿ ਉਹ ਗੁਰਬਾਣੀ ਨੂੰ ਤ੍ਰੈ ਗੁਣਾਂ ਦੇ ਵਿੱਚ ਪੜ੍ਹਦੇ, ਮਾਇਆ ਦੇ ਵਿੱਚ, ਅਤੇ ਮਾਇਆ ਦੀ ਅਰਥ ਕੱਢਦੇ। ਬਈ ਜੇ ਤੁਹਾਡਾ ਕਾਰੋਬਾਰ ਨਹੀਂ ਚੱਲਦਾ, ਤੁਸੀਂ ਆਹ ਸ਼ਬਦ ਦਾ ਜਾਪ ਕਰ ਲਓ। ਜੇ ਤੁਹਾਡੇ ਸਿਰ 'ਤੇ ਕਰਜ਼ਾ ਚੜ੍ਹਿਆ, ਤੁਸੀਂ ਆਹ ਕਰ ਲਓ। ਜੇ ਤੁਹਾਡੇ ਸਰੀਰ ਨੂੰ ਕੋਈ ਰੋਗ ਲੱਗਿਆ, ਤੁਸੀਂ ਆਹ ਪਾਠ ਕਰ ਲਓ। ਔਰ ਇਹ ਨਹੀਂ ਪਤਾ ਵੀ ਪਾਠ ਕਰਨਾ ਕਾਹਦੇ ਵਾਸਤੇ। ਪਾਠ ਦੇ ਵਿੱਚ ਸਾਨੂੰ ਗੁਰਬਾਣੀ ਗੁਰੂ ਸਮਝਾਉਂਦੇ ਕੀ ਨੇ, ਸਾਨੂੰ ਉਪਦੇਸ਼ ਕੀ ਦੇ ਰਹੇ। ਹੁਣ ਜਦ ਤੱਕ ਸਾਨੂੰ ਇਹੋ ਨਹੀਂ ਪਤਾ ਵੀ ਸਾਨੂੰ ਉਪਦੇਸ਼ ਕੀ ਦੇ ਰਹੇ, ਤੇ ਫਿਰ ਮੰਨਣਾ ਤਾਂ ਬਾਅਦ ਦੀ ਗੱਲ ਹੈ। ਪਹਿਲਾਂ ਸਮਝ ਲੱਗੇਗੀ ਤੇ ਫਿਰ ਹੀ ਮੰਨਾਂਗੇ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਮਨ ਦਾ ਰੋਗ ਠੀਕ ਨਹੀਂ ਹੁੰਦਾ, ਕਿਉਂਕਿ ਜੀਵ ਸਿਰਫ ਤਨ ਵਾਸਤੇ ਕਰਦਾ, ਤੇ ਤਨ ਦੇ ਰੋਗਾਂ ਵਾਸਤੇ ਹੀ ਕਰਦਾ। ਵੀ ਕਿਸੇ ਨੇ ਦੱਸਿਆ ਉੱਥੇ ਚਲੇ ਜਾਓ ਜੀ, ਤਨ ਦੇ ਰੋਗ ਠੀਕ ਹੋ ਜਾਂਦੇ, ਉਸੇ ਨੂੰ ਚਲੇ ਗਏ। ਔਰ ਇਹ ਨਹੀਂ ਪਤਾ ਵੀ ਰੋਗ ਲੱਗੇ ਕਿਹੜੇ ਨੇ। ਮਹਾਰਾਜ ਦਾ ਕਹਿੰਦੇ ਰੋਗ ਮਨ ਨੂੰ ਲੱਗੇ। ਬਈ ਮਨ ਦੇ ਰੋਗ ਅਸੀਂ ਠੀਕ ਕਰਨੇ ਸੀ, ਤੇ ਉਹਦੇ ਵਾਸਤੇ ਅਸੀਂ ਸਤਿਗੁਰਾਂ ਤੋਂ ਦਾਰੂ ਲੈਣਾ ਸੀ। ਹੁਣ ਉਹਦੇ ਉੱਤੇ ਜੇ ਅਸੀਂ ਵਿਚਾਰ ਕਰਾਂਗੇ, ਸਤ ਸੰਗਤ ਕਰਾਂਗੇ, ਤੇ ਫਿਰ ਸਾਨੂੰ ਭੇਤ ਆਉਣਾ। ਨਹੀਂ, ਸਾਨੂੰ ਭੇਤ ਨਹੀਂ ਆਉਣਾ। ਇਹ ਧਨ ਵਾਸਤੇ ਅਸੀਂ ਜਿੰਨਾ ਮਰਜ਼ੀ ਭੱਜ ਦੌੜ ਕਰ ਲਈਏ, ਇਹਨੇ ਤਾਂ ਇੱਕ ਦਿਨ ਨਾਸ ਹੋਣਾ ਹੀ ਹੋਣਾ, ਇਹਨੇ ਖਤਮ ਹੋਣਾ ਹੀ ਹੋਣਾ। ਇਹ ਸਰੀਰ ਸਦਾ ਨਹੀਂ ਰਹਿਣ ਵਾਲਾ, ਇਹ ਮਿੱਥੇ ਹੈ। ਜੋ ਇਹਦੇ ਅੰਦਰ ਵੱਸਦਾ ਹੈ ਮਾਲਕ ਰਾਮ, ਸਤਿਗੁਰੂ ਕਹਿੰਦੇ ਉਹਦੀ ਪਹਿਚਾਣ ਕਰੋ, ਸੱਚ ਦੀ। ਰਮਾਉਂਦੇ ਸਾਧੂ ਇਹ ਤਨ ਮਿਥਿਆ ਜਾਣੋ, ਜਾ ਭੀਤਰ ਜੋ ਰਾਮ ਵਸਤ ਹੈ, ਸਾਚੋ ਤਾਹੀ ਪਹਿਚਾਣੋ। ਜਿਹੜਾ ਰਾਮ ਵਾਹਿਗੁਰੂ ਵਸ ਰਿਹਾ, ਉਹਦੀ ਪਹਿਚਾਣ ਕਰ। ਇਹ ਸਰੀਰ ਨਾਸਵਾਨ ਨੇ ਸਦਾ ਨਹੀਂ ਰਹਿਣਾ। ਔਰ ਆਪਣਾ ਜਿਹੜਾ ਮਨ ਹੈ, ਇਹ ਮਨ ਮਰਨ ਵਾਲੀ ਕੋਈ ਚੀਜ਼ ਨਹੀਂ ਹੈ। ਜ਼ਿਆਦਾ ਮਨ ਹੁਣ ਸੱਚ ਦੇ ਵਿੱਚ ਸਮਾ ਸਕਦਾ, ਸਾਡੀ ਜੋਤ 'ਚ ਜੋਤ ਮਿਲ ਸਕਦੀ। ਨਹੀਂ ਤਾਂ ਗਾਂ ਇਹਨੂੰ ਹੋਰ ਆਕਾਰ ਦੇ ਦਿੰਦੇ, ਹੋਰ ਕੱਪੜਾ ਦੇ ਦਿੰਦੇ, ਗਾਂ ਹੋਰ ਜੂਨ 'ਚ ਚਲਾ ਜਾਂਦਾ। ਜਾਣੀ ਦੀ ਮਨ ਮਰਦਾ ਨਹੀਂ, ਆਵਾ ਕੋਈ ਮਰਨ ਵਾਲੀ ਚੀਜ਼ ਨਹੀਂ। ਜਿਉਂ ਆਪਾਂ ਸਤਿਯੁਗ ਤੋਂ ਚੱਲੇ, ਅੱਗੇ ਦੀ ਅੱਗੇ ਆਪਾਂ ਤੁਰੇ ਆ ਰਹੇ ਹਾਂ, ਕਾਰਾਂ ਦੇ ਵਿੱਚ ਕੱਪੜੇ ਬਦਲਦੇ ਆ ਰਹੇ ਹਾਂ। ਚੌਥਾ ਯੁੱਗ ਆ ਗਿਆ ਆਪਾਂ ਨੂੰ, ਕਲਯੁੱਗ। ਗਾਹ ਦੀ ਗਾਹ ਕਾਰ, ਗਾਹ ਦੀਆਂ ਤੁਰੇ ਆ ਰਹੇ ਹਾਂ। ਹੁਣ ਜਿਹੜਾ ਤੁਰਿਆ ਆ ਰਿਹਾ ਅੱਗੇ ਦੀ ਅੱਗੇ, ਆਪਾਂ ਉਹ ਹੈ ਮਨ।
ਜਿਵੇਂ ਹੁਣ ਆਪਾਂ ਕਹਿੰਦੇ ਵੀ ਇਹ ਮੇਰਾ ਸਰੀਰ ਜੀ, ਇਹ ਮੇਰਾ ਘਰ। ਹੁਣ ਜਿਹੜਾ ਕਹਿੰਦਾ ਵੀ ਇਹ ਮੇਰਾ ਸਰੀਰ ਮੇਰਾ ਘਰ, ਆਪਾਂ ਉਹ ਜਿਹੜਾ ਇਹਦੇ ਅੰਦਰ ਬੋਲਦਾ, ਜਿਹੜਾ ਦੇਖਦਾ ਹੈ, ਜਿਹੜਾ ਸੁਣਦਾ ਹੈ, ਜਿਹੜਾ ਇਸ ਸਰੀਰ ਨੂੰ ਲੈ ਕੇ ਚੱਲਦਾ ਹੈ। ਜਦੋਂ ਆਪਾਂ ਨੂੰ ਇਹ ਨਹੀਂ ਸੀ ਘਰ ਮਿਲਿਆ, ਉਦੋਂ ਕੋਈ ਹੋਰ ਘਰ ਸੀ। ਉਦੋਂ ਆਪਾਂ ਨੂੰ ਹੋਰ ਕੋਈ ਆਕਾਰ ਮਿਲਿਆ ਹੋਇਆ ਸੀ, ਆਪਾਂ ਉਹ ਆਕਾਰ ਦੇ ਵਿੱਚ ਸੀ। ਜਦੋਂ ਅਸੀਂ ਉਹ ਆਕਾਰ ਦੇ ਵਿੱਚ ਸੀ, ਉੱਥੇ ਵੀ ਆਪਣੇ ਸੰਜੋਗੀ ਸੀ ਜਿਹੜੇ ਹੋਰ ਸੀ। ਤੇ ਇਸ ਵਾਸਤੇ ਸਤਿਗੁਰੂ ਕਹਿੰਦੇ ਵੀ ਇਹ ਪਤਾ ਨਹੀਂ ਅਸੀਂ ਕਿੰਨੇ ਕੁ ਘਰ ਬਦਲੇ, ਅਸੀਂ ਜਿੱਥੇ ਜਿੱਥੇ ਰਹੇ ਆਕਾਰਾਂ ਦੇ ਵਿੱਚ ਰਹੇ, ਇਹ ਅਸੀਂ ਅੱਗੇ ਦੀ ਅੱਗੇ ਜੂਨਾਂ ਦੇ ਵਿੱਚ ਤੁਰੇ ਆ ਰਹੇ ਹਾਂ ਘਰਾਂ ਦੇ ਵਿੱਚ। ਮਹਾਰਾਜ ਕਹਿੰਦੇ ਅਸਥਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਬਸਾਈ ਜਬ ਹਮ ਰਾਮ ਗਰਭ ਹੋਏ ਆਏ। ਬਈ ਪਤਾ ਨਹੀਂ ਅਸੀਂ ਕਿੰਨੇ ਕੁ ਆਕਾਰਾਂ ਦੇ ਵਿੱਚ ਦੀ ਹੁੰਦੇ ਆ ਰਹੇ ਹਾਂ। ਕਦੇ ਪੱਥਰ ਬਣ ਗਏ, ਪਹਾੜ ਬਣ ਗਏ, ਕਿਤੇ ਜੰਗਲੀ ਜੀਵ ਬਣ ਗਏ, ਹਾਥੀ ਘੋੜੇ ਬਣ ਗਏ, ਸੱਪ ਬਣ ਗਏ, ਪੰਛੀ ਬਣ ਗਏ। ਇਹਨਾਂ ਆਕਾਰਾਂ ਦੇ ਵਿੱਚ, ਇਹਨਾਂ ਘਰਾਂ ਦੇ ਵਿੱਚ ਦੀ ਅਸੀਂ ਹੁੰਦੇ ਆ ਰਹੇ। ਹੁਣ ਆਪਾਂ ਨੂੰ ਆਹ ਘਰ ਮਿਲੇ, ਔਰ ਇਹ ਘਰ ਦੇ ਵਿੱਚ ਰਹਿੰਦੇ ਰਹਿੰਦੇ ਅਸੀਂ ਆਪਦੇ ਅਸਲੀ ਘਰ ਦੀ ਪਹਿਚਾਣ ਕਰਨੀ ਵੀ ਸਾਡਾ ਅਸਲ ਘਰ ਕਿਹੜਾ। ਇਹ ਤਾਂ ਸਾਡਾ ਅਸਲੀ ਘਰ ਨਹੀਂ, ਇਹ ਸਾਡਾ ਅਸਲ ਡੇਰਾ ਨਹੀਂ। ਹੁਣ ਅਸੀਂ ਗੁਰੂ ਦੇ ਸ਼ਬਦ ਦੁਆਰਾ ਆਪਣੇ ਅਸਲ ਡੇਰੇ ਦੀ ਪਹਿਚਾਣ ਕਰਕੇ ਅਸੀਂ ਉੱਥੇ ਵਾਸਾ ਕਰਨਾ। ਸਤਿਗੁਰੂ ਫਰਮਾਉਂਦੇ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹਿ ਜਾਣ, ਹਾਂ ਡੇਰਾ ਕੇ ਸੰਜਮੋ ਗੁਰ ਕੀ ਸ਼ਬਦ ਪਛਾਣ। ਬਈ ਹੁਣ ਤੁਸੀਂ ਗੁਰੂ ਦੇ ਸ਼ਬਦ ਦੁਆਰਾ ਆਪਦੇ ਅਸਲ ਘਰ ਦੀ, ਅਸਲ ਡੇਰੇ ਦੀ ਪਹਿਚਾਣ ਕਰ ਲਓ। ਇਹ ਤੁਹਾਡਾ ਅਸਲੀ ਘਰ ਨਹੀਂ। ਇੱਦਾਂ ਦੇ ਘਰ ਸਾਨੂੰ ਪਹਿਲਾਂ ਵੀ ਮਿਲੇ, ਅਤੇ ਜਦੋਂ ਸਮਾਂ ਖਤਮ ਹੋ ਜਾਂਦਾ ਘਰ ਸਾਨੂੰ ਖਾਲੀ ਕਰਨਾ ਪੈਂਦਾ। ਸਾਡੇ ਕੋਲ ਸਮਾਂ ਜਿਹੜਾ ਗਿਣਤੀ ਦਾ, ਅਸੀਂ ਇਹਦੇ ਵਿੱਚ ਸਦਾ ਰਹਿ ਨਹੀਂ ਸਕਦੇ। ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ, ਸਾਨੂੰ ਇਹ ਘਰ ਨੂੰ ਛੱਡ ਕੇ ਜਾਣਾ ਪਏਗਾ। ਪਤਾ ਨਹੀਂ ਕਿੰਨੇ ਕੁ ਪਹਿਲਾਂ ਆਪਾਂ ਨੂੰ ਆਕਾਰ ਮਿਲੇ, ਕਿੰਨੇ ਸਾਡੇ ਮਾਤਾ ਪਿਤਾ ਬਣਦੇ ਰਹੇ, ਜਾਂ ਆਪਾਂ ਕਿੰਨਿਆਂ ਦੇ ਮਾਂ ਪਿਓ ਬਣਦੇ ਰਹੇ, ਕਿੱਥੋਂ ਕਿੱਥੋਂ ਦੀ ਅਸੀਂ ਕਿਹੜੇ ਕਿਹੜੇ ਆਕਾਰਾਂ ਦੇ ਵਿੱਚੋਂ ਦੀ ਹੁੰਦੇ ਆ ਰਹੇ। ਮਹਾਰਾਜ ਕਹਿੰਦੇ ਕਤ ਕੀ ਮਾਈ ਬਾਪ ਕਤ ਕੀਰਾ, ਕਿਦੂ ਥਾਉ ਹਮ ਆਈ ਅਗਨ ਬਹਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਪਾਈ। ਬਈ ਪਤਾ ਨਹੀਂ ਅਸੀਂ ਕਦੋਂ ਕਦੇ ਚੱਲੇ ਹਾਂ, ਕਿੰਨੇ ਕੁ ਸਾਡੇ ਮਾਂ ਪਿਓ ਬਣੇ, ਜਾਂ ਕਿੰਨੇ ਕਦੇ ਅਸੀਂ ਮਾਂ ਪਿਓ ਬਣੇ। ਗਾਂ ਦੀ ਗਾਂ ਤੁਰੇ ਆ ਰਹੇ ਹਾਂ, ਅੱਗੇ ਦੀ ਅੱਗੇ ਤੁਰੇ ਆ ਰਹੇ। ਹੁਣ ਸਤਿਗੁਰੂ ਕਹਿੰਦੇ ਆ ਸਾਨੂੰ ਘਰ ਮਿਲਿਆ, ਅਤੇ ਕਾਹਦੇ ਵਾਸਤੇ ਮਿਲਿਆ, ਕੀ ਕਰਨ ਵਾਸਤੇ ਅਸੀਂ ਆਏ ਹਾਂ। ਇਹ ਆਪਾਂ ਨੂੰ ਦੱਸਦੇ ਵੀ ਇਹ ਮਾਨਸ ਦੇਹੀ ਮਿਲੀ 84 ਲੱਖ ਜੂਨ ਤੋਂ ਉੱਤਮ। ਇਹਦੇ ਵਿੱਚ ਸਾਨੂੰ ਸਭ ਤੋਂ ਵੱਧ ਗਿਆਨ ਦੇ ਕੇ ਸਾਨੂੰ ਹੁਣ ਵਾਰੀ ਦਿੱਤੀ ਜਾਂਦੀ ਵੀ ਹੁਣ ਤੁਸੀਂ ਆਪਦੇ ਮੂਲ ਦੀ ਪਹਿਚਾਣ ਕਰ ਲਓ। ਹੁਣ ਤੁਸੀਂ ਸੱਚ ਦੀ ਪਹਿਚਾਣ ਕਰ ਲਓ। ਹੁਣ ਤੁਸੀਂ ਆਪਣੇ ਆਪੇ ਦੀ ਪਹਿਚਾਣ ਕਰ ਲਓ, ਆਪਦੇ ਅਸਲ ਘਰ ਦੀ ਪਹਿਚਾਣ ਕਰ ਲਓ। ਆ ਕੇ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋਵੇ ਅਤੇ ਅਸੀਂ ਸਿੱਧਾ ਹੀ ਆਪਦੇ ਘਰ ਚਲੇ ਜਾਈਏ, ਅਸੀਂ ਸਦਾ ਵਾਸਤੇ ਮਾਲਕ ਦੇ ਵਿੱਚ ਲੀਨ ਹੋ ਜਾਈਏ। ਹੁਣ ਆਪਾਂ ਨੂੰ ਫਿਰ ਇਹ ਮਾਨਸ ਜਾਮੇ 'ਚ ਸਮਝਾਇਆ ਜਾਂਦਾ ਵੀ ਸਾਰਾ ਜਿਹੜਾ ਖੇਲ ਇਹ ਧਿਆਨ ਦਾ ਚੱਲਦਾ। ਧਿਆਨ ਦੁਆਰਾ ਸਾਡੀ ਜਿਹੜੀ ਕਾਇਆ ਉਹ ਪਲਟੀ ਜਾਂਦੀ। ਬਈ ਜਿੱਧਰ ਨੂੰ ਅੰਤ ਸਮੇਂ ਸਾਡਾ ਧਿਆਨ ਹੁੰਦਾ ਹੈ, ਜਿਹੜੀ ਚੀਜ਼ ਸਾਡੇ ਅੰਦਰ ਵਸ ਗਈ, ਜਿਹੜਾ ਆਕਾਰ ਸਾਡੇ ਅੰਦਰ ਵਸ ਗਿਆ, ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋ ਗਿਆ, ਸਾਨੂੰ ਉਹ ਆਕਾਰ 'ਚ ਭੇਜ ਦੇਣਗੇ। ਮਨ ਉਹੀ ਰਹਿੰਦਾ, ਜੋਤ ਉਹੀ ਰਹਿੰਦੀ, ਆਕਾਰ ਹੋਰ ਦੇ ਦਿੰਦੇ, ਕੱਪੜਾ ਹੋਰ ਚੜ੍ਹਾ ਦਿੰਦੇ ਉੱਥੇ।
सतगुरु फरमाउंदे जो तू हाँ जुगत से काया फिर पलटीए। बई मारना वही है, आप वही रहने, काया पलट जाती, कपड़ा होर दे देंगे, आप उहियो रहने। ਹੁਣ ਸਤਿਗੁਰੂ ਕਹਿੰਦੇ ਵੀ ਇਹ ਕਾਇਆ ਪਲਟਦੀ ਧਿਆਨ ਦੁਬਾਰਾ, ਜਿੱਧਰ ਨੂੰ ਸਾਡਾ ਧਿਆਨ ਹੋਏਗਾ ਅੰਤ ਸਮੇਂ ਸਾਨੂੰ ਉਹੀਓ ਆਕਾਰ ਮਿਲ ਜੇਗਾ। ਜੇ ਅਸੀਂ ਧਿਆਨ ਨਿਰੰਕਾਰ 'ਚ ਲਾਵਾਂਗੇ, ਪਰਮੇਸ਼ਰ ਵਾਹਿਗੁਰੂ ਦੇ ਵਿੱਚ ਲਾਵਾਂਗੇ, ਸਾਡੇ ਹਿਰਦੇ ਵਿੱਚ ਮਾਲਕ ਵਸ ਜੇਗਾ। ਅਤੇ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ, ਸਾਨੂੰ ਮਾਲਕ ਆਪਦੇ ਵਿੱਚ ਸੰਭਾਲੇਗਾ। ਆਵਾ ਪਰਮਾਤਮਾ 'ਚ ਲੀਨ ਹੋ ਜਾਵਾਂਗੇ ਅਤੇ ਸਾਡੀ ਜੋਤ 'ਚ ਜੋਤ ਮਿਲ ਜੇਗੀ। ਇਹ ਆਵਾ ਪੂਰੇ ਹੋ ਜਾਵਾਂਗੇ, ਸੰਪੂਰਨ ਹੋ ਜਾਵਾਂਗੇ। ਮਹਾਰਾਜ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਹੁਣ ਸੰਸਾਰ 'ਚ ਆਪਾਂ ਕਹਿੰਦੇ ਕੋਈ ਜੀਵ ਚਲਾ ਜਾਂਦਾ, ਕਹਿੰਦੇ ਪੂਰਾ ਹੋ ਗਿਆ ਜੀ। ਪੂਰਾ ਇਹਦਾ ਨਹੀਂ ਹੁੰਦਾ, ਪੂਰੇ ਨੂੰ ਮਿਲ ਕੇ ਪੂਰਾ ਹੋਇਆ ਜਾਂਦਾ। ਪੂਰਾ ਪਰਮਾਤਮਾ ਨਿਰੰਕਾਰ ਵਾਹਿਗੁਰੂ, ਜੇ ਅਸੀਂ ਪੂਰੇ ਨੂੰ ਅਰਾਧਾਂਗੇ ਤਾਂ ਫੇਰ ਹੀ ਅਸੀਂ ਪੂਰੇ ਹੋਵਾਂਗੇ। ਮਹਾਰਾਜ ਕਹਿੰਦੇ ਪੂਰਾ ਪ੍ਰਭ ਅਰਾਧੇ ਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੀ ਗੁਣ ਗਾਓ। ਜਿਹੜੇ ਪੂਰੇ ਦੇ ਗੁਣ ਗਾਉਂਦੇ ਮਾਲਕ ਦੇ, ਜਿਹੜੇ ਉਹਦੇ ਸਨਮੁਖ ਹੁੰਦੇ, ਉਹ ਪੂਰੇ ਹੁੰਦੇ। ਉਹ ਮਾਲਕ ਦੇ ਵਿੱਚ ਸਮਾ ਕੇ ਲੀਨ ਹੋ ਕੇ ਪੂਰੇ ਨੂੰ ਮਿਲ ਕੇ ਉਹ ਪੂਰੇ ਹੋ ਜਾਂਦੇ। ਜੇ ਅਸੀਂ ਮਾਲਕ ਨੂੰ ਮਿਲੇ ਹੀ ਨਹੀਂ ਤਾਂ ਪੂਰੇ ਤਾਂ ਹੋਈ ਨਾ, ਉਹਦਾ ਸਾਨੂੰ ਫਿਰ ਹੋਰ ਕੱਪੜਾ ਦੇ ਦੇਣਗੇ, ਅਧੂਰੇ ਦੇ ਅਧੂਰੇ ਹੀ ਰਹੇ। ਗਾਂ ਫਿਰ ਹੋਰ ਆਕਾਰ ਮਿਲ ਗਿਆ ਅਤੇ ਗਾਂ ਫਿਰ ਹੋਰ ਆਕਾਰ, ਹੋਰ ਜੂਨ 'ਚ ਚਲੇ ਗਏ। ਜਦ ਤੱਕ ਅਸੀਂ ਮਾਲਕ ਨੂੰ ਮਿਲ ਨਹੀਂ ਲੈਂਦੇ, ਸਾਡੀ ਜੋਤ 'ਚ ਜੋਤ ਨਹੀਂ ਮਿਲ ਜਾਂਦੀ, ਉਹਨਾਂ ਸਮਾਂ ਅਸੀਂ ਪੂਰੇ ਨਹੀਂ ਹੋ ਸਕਦੇ। ਆਈਆਂ ਮਹਾਰਾਜ ਕਹਿੰਦੇ ਜਨ ਪੂਰਾ ਤੂੰ ਪੂਰਾ, ਵੀ ਅਸੀਂ ਤਾਂ ਪੂਰੇ ਹਾਂ, ਅਸੀਂ ਅਧੂਰੇ ਹਾਂ। ਤੂੰ ਪੂਰਾ ਹੈ, ਮਾਲਕ ਪੂਰਾ ਹੈ, ਅਤੇ ਪੂਰੇ ਨੂੰ ਮਿਲ ਕੇ ਉਹਦੇ ਵਿੱਚ ਸਮਾ ਕੇ ਪੂਰਿਆ ਹੋਇਆ ਜਾ ਸਕਦਾ। ਜਿਵੇਂ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਸੱਚ ਦੀ ਅਰਾਧਨਾ ਕੀਤੀ, ਜਿਹੜੇ ਮਾਲਕ ਨੂੰ ਧਿਆਉਂਦੇ, ਜਿਹੜੇ ਉਹਦੇ ਸਨਮੁਖ ਹੋ ਗਏ, ਉਹ ਫਿਰ ਮਲ ਕੇ ਮਾਲਕ ਦੇ ਵਿੱਚ ਸਮਾ ਜਾਂਦੇ, ਮਾਲਕ ਉਹਨਾਂ ਨੂੰ ਆਪਦੇ ਵਿੱਚ ਲੀਨ ਕਰ ਲੈਂਦੇ। ਮਹਾਰਾਜ ਫਰਮਾਉਂਦੇ ਸੱਚ ਸੱਚਾ ਜਿਨੀ ਅਰਾਧੇ ਆ, ਸੇ ਜਾਏ ਰਲੇ ਸੱਚ ਨਾਲੇ। ਬਈ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਕੇ ਇੱਕੋ ਰੂਪ ਹੋ ਜਾਂਦੇ, ਇਹ ਰੱਬ ਉਹਨਾਂ ਨੂੰ ਵੱਖ ਕਰਨਾ ਚਾਹੀਏ, ਉਹ ਪਾਣੀ ਨੂੰ ਪਾਣੀ 'ਚੋਂ ਵੱਖ ਨਹੀਂ ਕਰ ਸਕਦਾ, ਕਿਉਂਕਿ ਉਹ ਵਿੱਚ ਹੀ ਮਿਲ ਗਈ। ਹੁਣ ਇਸੇ ਤਰ੍ਹਾਂ ਹੀ ਗੁਰਮੁਖ ਮਾਲਕ ਦੇ ਵਿੱਚ ਸਮਾ ਜਾਂਦੇ, ਉਹਦੇ ਵਿੱਚ ਲੀਨ ਹੋ ਜਾਂਦੇ। ਹੁੰਦੇ ਉਹ ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਇਹ ਜੁਗਤੀ ਆ ਗਈ, ਜਿਨ੍ਹਾਂ ਨੂੰ ਇਹ ਤਰੀਕਾ ਆ ਗਿਆ ਮਾਇਆ ਦੇ ਬ੍ਰਹਮ ਨੂੰ ਵੱਖੋ ਵੱਖ ਕਰਨ ਦਾ। ਜਿਨ੍ਹਾਂ ਨੂੰ ਗੁਰੂ ਨੇ ਇਹ ਤਰੀਕਾ ਜੁਗਤੀ ਢੰਗ ਸਿਖਾ ਦਿੱਤਾ, ਉਹ ਫਿਰ ਮਾਲਕ ਨੂੰ ਦੇਖਦੇ, ਬ੍ਰਹਮ ਨੂੰ, ਮਾਇਆ ਨੂੰ ਅਲੱਗ ਕਰ ਦਿੰਦੇ, ਮਾਲਕ ਨੂੰ ਅਲੱਗ। ਉਹਨਾਂ ਦੀ ਫਿਰ ਜੋਤ ਦੇ ਵਿੱਚ ਜੋਤ ਮਿਲਦੀ। ਮਾਰੇ ਕਹਿੰਦੇ ਗੁਰ ਕਿਰਪਾ ਜਿਹ ਨਰਕੋ ਕੀਨੀ, ਤੈ ਜਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਬਈ ਗੁਰੂ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ, ਉਹਨਾਂ ਨੂੰ ਇਹ ਜੁਗਤੀ ਆ ਗਈ, ਉਹਨਾਂ ਨੂੰ ਇਹ ਤਰੀਕਾ ਆ ਗਿਆ। ਜਿਵੇਂ ਹੰਸ ਹੈ, ਉਹ ਦੁੱਧ ਦੇ ਵਿੱਚੋਂ ਪਾਣੀ ਨੂੰ ਅਲੱਗ ਕਰ ਦਿੰਦਾ, ਉਹਦੇ ਕੋਲ ਜੁਗਤੀ ਹੈ, ਤਰੀਕਾ ਹੈ, ਹੁਨਰ ਹੈ, ਉਹਨੂੰ ਗੁਰ ਕਹਿੰਦੇ। ਆਪ ਹੰਸ ਦੇ ਅੱਗੇ ਦੁੱਧ ਦੇ ਵਿੱਚ ਪਾਣੀ ਪਾ ਕੇ ਰੱਖਦੀ, ਉਹ ਜਿਉਂ ਹੀ ਆਪਦੀ ਚੁੰਝ ਵਿੱਚ ਲਾਏਗਾ, ਉਹ ਪਾਣੀ ਨੂੰ ਅਲੱਗ ਕਰ ਦੇਗਾ, ਦੁੱਧ ਨੂੰ ਅਲੱਗ ਕਰ ਦੇਗਾ ਪਾਣੀ 'ਚ। ਦੁੱਧ ਪੀ ਜੇਗਾ ਅਤੇ ਪਾਣੀ ਛੱਡ ਦੇਗਾ ਉਹਨੂੰ,
ਉਹਦੇ ਕੋਲ ਜੁਗਤੀ, ਇਹਨੂੰ ਕਹਿੰਦੇ ਗੁਰ, ਹੁਨਰ, ਤਰੀਕਾ। ਔਰ ਇਸੇ ਤਰ੍ਹਾਂ ਹੀ ਗੁਰੂ ਫਿਰ ਆਪਾਂ ਨੂੰ ਇਹ ਜੁਗਤੀ ਤਰੀਕਾ ਸਿਖਾਉਂਦਾ। ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਫਿਰ ਜਿਵੇਂ ਉਹ ਹੰਸ ਪਾਣੀ ਦੇ ਦੁੱਧ ਦੇ ਵਿੱਚੋਂ ਅਲੱਗ-ਅਲੱਗ ਕਰ ਦਿੰਦਾ, ਇਸੇ ਤਰ੍ਹਾਂ ਹੀ ਸੰਤ ਸਾਧੂ ਜਨ ਜਿਹੜੀ ਆਪਣੇ ਅੰਦਰ ਹਉਮੈ ਹੁੰਦੀ, ਪਰਾਈ ਤਾਤ ਹੁੰਦੀ, ਉਹਨੂੰ ਕੱਢ ਕੇ ਵੱਖ ਕਰ ਦਿੰਦੀ। ਮਹਾਰਾਜ ਫਰਮਾਉਂਦੇ, ਜਿਉਂ ਜਲ ਦੁੱਧ ਚੁਣ ਚੁਣ ਕਾਢੇ ਹੰਸਲਾ, ਤੇ ਇਉਂ ਇਸ ਦੇਹੀ ਤੇ ਚੁਣ ਕਾਢੇ ਸਾਧੂ ਹਉਮੈ ਤਾਤ। ਬਈ ਜਿਵੇਂ ਉਹ ਹੰਸ ਵੱਖੋ ਵੱਖ ਕਰ ਦਿੰਦਾ, ਇਸੇ ਤਰ੍ਹਾਂ ਹੀ ਗੁਰਮੁਖ ਅੰਦਰੋਂ ਹਉਮੈ ਨੂੰ ਖਤਮ ਕਰ ਦਿੰਦੀ, ਪਰਾਈ ਤਾਤ ਜਿਹੜੀ ਉਹਨੂੰ ਖਤਮ ਕਰ ਦਿੰਦੀ। ਸੋ ਇਹ ਹੁੰਦਾ ਉਦੋਂ ਹੀ ਜਦੋਂ ਸਾਨੂੰ ਫਿਰ ਸਤ ਸੰਗਤ ਮਿਲਦੀ, ਸਾਧੂ ਜਨਾਂ ਦਾ ਸੰਗ ਹੁੰਦਾ, ਉਦੋਂ ਫਿਰ ਇਹ ਸਾਡੀ ਇਹ ਅਵਸਥਾ ਬਣਦੀ। ਮਹਾਰਾਜ ਕਹਿੰਦੇ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੀ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਫੇਰ ਮਾਲਕ ਜੋ ਵੀ ਕਰਦਾ ਉਹੀਓ ਭਲਾ ਲੱਗਦਾ, ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ। ਬਈ ਇਹ ਫਿਰ ਸਮਤ ਗੁਰੂ ਦੀ ਮੱਤ ਸਾਨੂੰ ਆਉਂਦੀ ਵੀ ਜੋ ਮਾਲਕ ਕਰਦਾ ਉਹ ਭਲਾ ਸਾਡੇ ਵਾਸਤੇ, ਉਹੀਓ ਚੰਗਾ। ਸਾਡਾ ਮਨ ਫਿਰ ਸਹੀ ਦੇ ਵਿੱਚ ਆ ਜਾਂਦਾ, ਫਿਰ ਆਪਣੇ ਘਰ ਆ ਜਾਂਦਾ। ਇਹਦੇ ਦੇ ਜਿਹੜੇ ਰੋਗ ਹੁੰਦੇ, ਇਹਦੇ ਦੇ ਰੋਗ ਖਤਮ ਹੁੰਦੇ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਚੱਲਦੇ ਹੋਏ ਸਿਮਰਨ ਕਰਦੇ, ਸਿਮਰਨ ਕਰਕੇ ਨਾਲ ਨਾਲ ਗਿਆਨ ਦੀ ਮੱਤ ਦੇ ਕੇ ਮਨ ਨੂੰ ਘਰ ਲੈ ਜਾਂਦੇ ਸਹਿਜ ਦੇ ਵਿੱਚ। ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਸਹਿਜ ਵਿੱਚ ਜਾਵਾਂਗੇ, ਸਾਨੂੰ ਉੱਥੇ ਇਹ ਜਿਹੜਾ ਸੰਸਾਰ ਦੇ ਦੁੱਖ ਸੁੱਖ ਨੇ ਇਹ ਨਹੀਂ ਲੱਗਣਗੇ। ਸੰਸਾਰ ਦੇ ਦੁੱਖਾਂ ਸੁੱਖਾਂ ਤੋਂ ਮਨ ਉੱਪਰ ਉੱਠ ਜੇਗਾ। ਮਹਾਰਾਜ ਕਹਿੰਦੇ, ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੇ ਉਂਘ ਨ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਾਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਬਈ ਉੱਥੇ ਫਿਰ ਆਪਾਂ ਨੂੰ ਆ ਸੰਸਾਰ ਦਾ ਦੁੱਖ ਜਾਂ ਸੰਸਾਰ ਦਾ ਸੁੱਖ ਹੀ ਨਹੀਂ ਵਿਆਪਦਾ, ਇਹਨਾਂ ਤੋਂ ਸਾਡਾ ਮਨ ਉੱਪਰ ਉੱਠ ਜਾਂਦਾ। ਉਹਨੂੰ ਕਹਿੰਦੇ ਸਹਿਜ ਵਸ। ਬਈ ਜੇ ਸੁੱਖ ਆ ਗਿਆ ਤਾਂ ਵੀ ਇੱਕੋ, ਤੇ ਜੇ ਦੁੱਖ ਆ ਗਿਆ ਤਾਂ ਵੀ ਇੱਕੋ ਜੀ, ਵੀ ਕੋਈ ਫਰਕ ਨਹੀਂ। ਜੇ ਕਿਸੇ ਨੇ ਮਾਣ ਦੇ ਦਿੱਤਾ ਤਾਂ ਵੀ ਠੀਕ ਹੈ, ਜੇ ਕਿਸੇ ਨੇ ਅਪਮਾਨ ਕਰ ਦਿੱਤਾ ਤਾਂ ਵੀ ਕੋਈ ਰੋਸ। ਮਹਾਰਾਜ ਇਸ ਨੂੰ ਫਿਰ ਕਹਿੰਦੇ ਬਈ ਔਸਤ ਤੇ ਨਿੰਦਾ, ਮਾਣ ਤੇ ਅਪਮਾਨ ਵੀ ਜਿਹਨੇ ਸਮ ਕਰਕੇ ਜਾਣੇ। ਸਤਿਗੁਰੂ ਕਹਿੰਦੇ ਵੀ ਜਿਹਨੂੰ ਇਹ ਦੁੱਖ ਤੇ ਸੁੱਖ ਬੰਨ੍ਹ ਨਹੀਂ ਸਕਦੇ, ਉਹਨੂੰ ਕਹਿੰਦੇ ਫਿਰ ਇਹ ਗਿਆਨੀ, ਵੀ ਇਹਨਾਂ ਨੂੰ ਗਿਆਨ, ਇਹ ਸੁਝਾਨ ਨੇ, ਇਹਨਾਂ ਨੂੰ ਸਾਰਾ ਭੇਦ ਰੋਗਾਂ ਦਾ ਵੀ ਤੇ ਦਾਰੂ ਦਾ ਵੀ। ਮਹਾਰਾਜ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਜੀਵਨ ਮੁਕਤ ਸਮਝੋ, ਜਿਹੜੇ ਐਸੇ ਗੁਰਮੁਖ ਰਮਾਉਂਦੇ। ਦੁੱਖ ਸੁੱਖ ਜੇ ਬਾਧੇ ਜੇ ਨਾਹਿਨ, ਤਹਿ ਜਾਨੋ ਤੁਮ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਬਈ ਜਿਨ੍ਹਾਂ ਦੀ ਐਸੀ ਅਵਸਥਾ, ਉਹਨਾਂ ਨੂੰ ਜੀਵਨ ਮੁਕਤੀ ਸਮਝੋ। ਜਿਨ੍ਹਾਂ ਨੂੰ ਇਸ ਸੰਸਾਰ ਦੇ ਦੁੱਖ ਤੇ ਸੁੱਖ ਬੰਨ੍ਹ ਨਹੀਂ ਸਕਦੇ, ਕਿਉਂਕਿ ਉਹ ਸਹਿਜ ਵਿੱਚ, ਉਹਨਾਂ ਨੂੰ ਗਿਆਨ ਹੈ ਆਪਣੇ ਘਰ ਦਾ, ਸਹਿਜ ਘਰ ਦਾ, ਨਾਮ ਦਾ, ਸੱਚ ਦਾ। ਤਾਂ ਅਗਰ ਕਿ ਉਹ ਇਹਨਾਂ ਦੁੱਖਾਂ ਸੁੱਖਾਂ ਤੋਂ ਉੱਪਰ ਨੇ,
ਸੰਸਾਰ ਦੇ ਪਾਪ ਪੁੰਨ ਤੋਂ ਉੱਪਰ ਨੇ, ਉਹਨੂੰ ਪਾਪ ਪੁੰਨ ਨਹੀਂ ਲੱਗਦਾ। ਇਹ ਜਿਹੜਾ ਸੰਸਾਰ ਦਾ ਪਾਪ ਪੁੰਨ ਦਾਨ ਚੰਗਾ ਮਾੜਾ, ਇਹ ਸਭ ਵਿਚਾਰਾਂ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ, ਸਾਰਾ ਜਿਹੜਾ ਸੰਸਾਰ ਇਹਦੇ ਵਿੱਚ ਹੀ ਲੱਗਿਆ ਹੋਇਆ ਵੀ ਆਹ ਚੰਗਾ ਹੈ ਜੀ, ਆਹ ਚੰਗਾ ਕੰਮ ਕਰਦਾ ਚੰਗਾ ਹੈ, ਦੂਸਰਾ ਮਾੜਾ ਜੀ, ਇਹ ਬੁਰਾ ਕੰਮ ਕਰਦਾ ਉਹਦੀ ਬੁਰਾਈ ਹੈ। ਜਿਹੜੇ ਗੁਰਮੁਖ ਭਗਤ ਉਹ ਇਹਨਾਂ ਦੋਵਾਂ ਤੋਂ ਉੱਪਰ ਨੇ, ਚੰਗੇ ਮਾੜੇ ਤੋਂ, ਪੁੰਨ ਦਾਨ ਤੋਂ ਸਭ ਤੋਂ ਉੱਪਰ ਚਲੇ ਗਏ। ਮਹਾਰਾਜ ਕਹਿੰਦੇ ਸੋ ਕ੍ਰਿਤ ਦੁਕ੍ਰਿਤ ਮਧੇ ਸੰਸਾਰ ਸਗਲਾਨਾ, ਦੋਹੂ ਦੇ ਰਹਿਤ ਭਗਤ ਹੈ ਕੋ ਵਿਰਲਾ ਜਾਣਾ। ਵੀ ਜਿਹੜਾ ਭਗਤ ਇਹਨਾਂ ਦੋਵਾਂ ਤੋਂ ਰਹਿਤ ਪਾਪ ਪੁੰਨ, ਕਿਉਂਕਿ ਉਹਨਾਂ ਨੂੰ ਇੱਕ ਬਰਾਬਰ ਹੀ, ਕਿਉਂਕਿ ਇਹ ਵਿਚਾਰਾਂ 'ਚ ਭਾਈਆਂ ਭਗਤਾਂ ਨੇ ਆਖਿਆ, ਕਹਿੰਦੇ ਪਾਪ ਪੁੰਨ ਦੋਈ ਇੱਕ ਸਮਾਨ, ਵੀ ਇੱਕ ਸਮਾਨ ਹੀ ਹੈ, ਕਿਉਂਕਿ ਵਿਚਾਰ ਨੇ ਔਰ ਨਹੀਂ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਗਏ ਤੇ ਅਸੀਂ ਪਾਪ ਪੁੰਨ ਤੋਂ ਉੱਪਰ ਚਲੇ ਗਏ। ਸੋ ਜਿਹੜੇ ਗੁਰਮੁਖ ਫਿਰ ਆਪਣੇ ਘਰ ਚਲੇ ਗਏ, ਸਹਿਜ ਘਰ, ਜਿਨ੍ਹਾਂ ਨੂੰ ਚੌਥੀ ਸੁਣ ਮਨ ਦੀ ਪਹਿਚਾਣ ਆ ਗਈ, ਉਹਨਾਂ ਨੂੰ ਇਹ ਪਾਪ ਪੁੰਨ ਨਹੀਂ ਲੱਗਦਾ। ਮਹਾਰਾਜ ਇਸ ਲਈ ਫਰਮਾਉਂਦੇ, ਅੰਤਰ ਸੁਨੰਗ ਬਾਹਰ ਸੁਨੰਗ ਤ੍ਰੈ ਭਵਨ ਸੁਨਮ ਸੁਨਮ, ਚੌਥੀ ਸੁਨੇ ਜੋ ਨਰ ਜਾਣੇ ਪਾਕੋ ਪਾਪ ਨ ਪੁੰਨੰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੂੰ ਪਹਿਚਾਣ ਆ ਗਈ ਚੌਥੀ ਸੁਣ ਆਪਣੇ ਘਰ ਦੀ, ਉਹਨਾਂ ਨੂੰ ਇਹ ਪਾਪ ਪੁੰਨ ਨਹੀਂ, ਉਹ ਪਾਪ ਪੁੰਨ ਤੋਂ ਉੱਪਰ ਚਲੇ ਗਏ। ਸੋ ਇਸ ਵਾਸਤੇ ਰੱਬ ਨੂੰ ਕਹਿੰਦੇ ਵੀ ਤੁਸੀਂ ਇਹਨਾਂ ਤੋਂ ਉੱਪਰ ਉੱਠੋ, ਪਾਪ ਪੁੰਨ ਤੋਂ। ਪਾਪ ਪੁੰਨ ਤੋਂ ਉੱਪਰ ਕੀ, ਵੀ ਤੁਸੀਂ ਇਹਨਾਂ ਵਿਚਾਰਾਂ ਤੋਂ ਉੱਪਰ ਉੱਠੋ, ਪੁਰਨਿਆਂ 'ਚ ਇਹ ਵਿਚਾਰਾਂ ਨੂੰ ਛੱਡੋ। ਗੁਰੂ ਨਾਨਕ ਦੇ ਘਰ ਨੇ ਜਿਹੜੀ ਸਾਨੂੰ ਭਗਤੀ ਦੱਸੀ ਬੜੀ ਸੌਖੀ, ਵੀ ਤੁਸੀਂ ਇਹ ਤ੍ਰੈ ਗੁਣਾਂ ਨੂੰ ਮੇਟ ਦਿਓ, ਵਿਚਾਰਾਂ ਨੂੰ ਖਤਮ ਕਰ ਦਿਓ। ਤੁਸੀਂ ਚੌਥੇ ਪਦ 'ਚ ਆ ਕੇ ਆਪਦੇ ਘਰ ਆ ਕੇ, ਜਦੋਂ ਤੁਸੀਂ ਆਪਦੇ ਘਰ ਆ ਕੇ, ਤੁਹਾਨੂੰ ਕੋਈ ਪਾਪ ਪੁੰਨ ਲੱਗਣਾ ਹੀ ਨਹੀਂ, ਤੁਹਾਨੂੰ ਕੋਈ ਦੁੱਖ ਸੁੱਖ ਲੱਗਣਾ ਹੀ ਨਹੀਂ, ਤੁਸੀਂ ਇਹਨਾਂ ਤੋਂ ਉੱਪਰ ਚਲੇ ਗਏ। ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਵਰਤੇ ਇਹਾ ਭਗਤ ਨਰਾਰੀ। ਬਈ ਤ੍ਰੈ ਗੁਣਾਂ ਨੂੰ ਮੇਟ ਕੇ ਚੌਥੇ ਪਦ ਦੇ ਵਿੱਚ ਆਪਦੇ ਘਰ ਤੁਸੀਂ ਚੌਥੇ ਪਦ ਦੇ ਵਿੱਚ ਵਸੋ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਵੀ ਸਾਡੀ ਜਿਹੜੀ ਜਿੰਦ, ਸਾਡਾ ਮਨ ਚੌਥੇ ਪਦ 'ਚ ਰਹਿੰਦਾ, ਚੌਥੇ ਪਦ ਮੈਂ ਜਨ ਕੀ ਜਿੰਦ। ਜਦੋਂ ਅਸੀਂ ਚੌਥੇ ਪਦ 'ਚ ਰਵਾਂਗੇ ਤੇ ਅਸੀਂ ਇਹਨਾਂ ਪਾਪਾਂ ਪੁੰਨਾਂ ਤੋਂ ਉੱਪਰ ਉੱਠੇ ਰਵਾਂਗੇ। ਵਿਚਾਰਾਂ ਤੋਂ ਇਹਨਾਂ ਦਾ ਅਸਰ ਸਾਡੇ ਮਨ 'ਤੇ ਹੋਏਗਾ ਹੀ। ਇਹ ਪਾਪ ਪੁੰਨ ਸਾਡੇ ਮਨ ਨੂੰ ਨਹੀਂ ਲੱਗਣਗੇ, ਕਿਉਂਕਿ ਆਪਾਂ ਹੁਕਮ ਦੇ ਵਿੱਚ ਆ ਕੇ, ਜਦੋਂ ਅਸੀਂ ਹੁਕਮ ਤੋਂ ਆਕੀ ਹੁੰਦੇ ਹਾਂ ਉਦੋਂ ਸਾਡੇ ਮਨ ਨੂੰ ਇਹ ਪਾਪ ਪੁੰਨ ਲੱਗਦੀ, ਉਦੋਂ ਫਿਰ ਇਹ ਵਿਚਾਰਾਂ 'ਚ ਚੱਲਦਾ, ਫੁਰਨਿਆਂ ਦੇ ਵਿੱਚ। ਉਦੋਂ ਫਿਰ ਕਹਿੰਦਾ ਵੀ ਆਹ ਚੰਗਾ, ਆਹ ਮੈਂ ਪੁੰਨ ਕੀਤਾ, ਆਹ ਬੰਦਾ ਮਾੜਾ, ਇਹ ਪਾਪ ਕਰਦਾ, ਉਹਦੀ ਨਿੰਦਿਆ ਸ਼ੁਰੂ ਕਰ ਦਿੰਦਾ। ਹੁਣ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਪਾਪ ਕੀ ਹੈ, ਮਾਲਕ ਤੋਂ ਬੇਮੁਖ ਹੋ ਜਾਣ, ਹੁਕਮ ਤੋਂ ਨਾਮ ਤੋਂ ਆਕੀ ਹੋ ਜਾਣਾ, ਇਹ ਪਾਪ ਹੈ। ਜਦੋਂ ਅਸੀਂ ਹੁਕਮ ਤੋਂ ਆਕੀ ਹੋ ਕੇ ਫਿਰ ਜੋ ਵੀ ਕਰਦੇ ਹਾਂ ਅਸੀਂ ਉਹਨੂੰ ਪਾਪ ਕਹਿੰਦੇ ਨੇ, ਵੀ ਇਹ ਪਾਪ ਕਰਦੇ। ਇਹ ਮਾਲਕ ਤੋਂ ਬੇਮੁਖ ਹੋਏ ਹੋਏ, ਹੁਕਮ ਤੋਂ ਆਕੀ ਹੋਏ ਹੋਏ ਜੋ ਵੀ ਕਰ ਰਹੇ ਇਹ ਪਾਪ ਕਰਦੇ ਨੇ। ਤੇ ਚੋਰ, ਜਿਵੇਂ ਇੱਕ ਚੋਰ ਹੁੰਦਾ ਦੂਜੇ ਘਰ ਸੰਨ ਲਾਉਂਦਾ, ਤੇ ਜੇ ਉਹ ਫੜਿਆ ਜਾਵੇ ਉਹਦੇ ਕੁੱਟ ਪੈਂਦੀ। ਇਸੇ ਤਰ੍ਹਾਂ ਹੀ ਨਾਮ ਤੋਂ ਬਿਨਾਂ ਸਾਡੇ ਜਿਹੜੇ ਮਨ ਹੀ ਚੋਰ, ਇਹਨਾਂ ਦੇ ਅੰਤ ਸਮੇਂ ਫਿਰ ਇਸ ਤਰ੍ਹਾਂ ਕੁੱਟ ਪੈਂਦੀ। ਜਿਹੜੇ ਮਨ ਚੋਰ, ਜਿਵੇਂ ਉਹ ਇੱਕ ਚੋਰ ਦੇ ਸੰਨ ਲਾਉਂਦੇ ਤੇ ਕੁੱਟ ਪੈਂਦੀ।
ਸਤਿਗੁਰੂ ਕਹਿੰਦੇ ਜਿਨੀ ਨਾਮ ਵਸਾਰਿਆ ਬਹੁ ਕਰਮ ਕਮਾਵਣ ਹੋਰ, ਨਾਨਕ ਜੰਪੁਰ ਵੱਧੇ ਮਾਰੀਏ ਜਿਉ ਸੰਨੀ ਉੱਪਰ ਚੋਰ। ਬਈ ਇਸ ਤਰ੍ਹਾਂ ਉਹ ਜਮਾਂ ਦੇ ਮਾਰਗ 'ਤੇ ਚੱਲਦੇ ਹੋਏ ਜਮ ਉਹਨਾਂ ਨੂੰ ਮਾਰਦੇ, ਜਿਵੇਂ ਉਹ ਸੰਨੀ ਲਾਉਂਦੇ, ਸੰਨ ਲਾਉਂਦੇ ਚੋਰ ਨੂੰ ਮਾਰਦੇ ਜੀ, ਉਹਦੇ ਕੁੱਟ ਪੈਂਦੀ। ਰਾਵਾਂ ਨੂੰ ਫਿਰ ਇਸ ਲਈ ਕਹਿੰਦੇ ਬਈ ਇਹ ਜਦੋਂ ਅਸੀਂ ਹੁਕਮ ਤੋਂ ਆਕੀ ਹੋ ਜਾਂਦੇ ਫਿਰ ਸਾਡਾ ਮਨ ਰੋਗੀ ਹੋ ਜਾਂਦਾ, ਫਿਰ ਇਹਨੂੰ ਰੋਗ ਲੱਗਦੇ ਐਸੇ ਵੀ ਜਿਹਦਾ ਇਸ ਸੰਸਾਰ ਦੇ ਵਿੱਚ ਕੋਈ ਇਲਾਜ ਨਹੀਂ ਹੁੰਦਾ। ਇਹ ਆਵਾਂ ਨੂੰ ਫਿਰ ਸਤਿਗੁਰੂ ਸਮਝਾਉਂਦੇ ਜਦੋਂ ਅਸੀਂ ਸਤਸੰਗ 'ਚ ਆਉਂਦੇ ਹਾਂ ਵੀ ਜੇ ਸਾਡਾ ਮਨ ਰੋਗੀ ਹੋ ਵੀ ਗਿਆ, ਪਹਿਲਾਂ ਤਾਂ ਤੁਸੀਂ ਰੋਗਾਂ ਤੋਂ ਜਾਣੂ ਹੋਵੋ ਵੀ ਰੋਗ ਕੀ ਨੇ, ਫਿਰ ਇਹਨਾਂ ਰੋਗਾਂ ਦਾ ਇਲਾਜ ਹੋ ਸਕਦਾ, ਕਿਉਂਕਿ ਸਤਿਗੁਰੂ ਸਾਡੇ ਅੰਦਰ ਹੀ ਬੈਠੇ ਵੈਦ। ਜਦੋਂ ਅਸੀਂ ਉਹਨਾਂ ਦੀ ਸ਼ਰਨ 'ਚ ਆ ਜਾਵਾਂਗੇ, ਸਹਿਜ ਵਿੱਚ ਜਾਵਾਂਗੇ, ਉਹ ਸਾਨੂੰ ਫਿਰ ਦਾਰੂ ਦੇਣਗੇ ਨਾਮ, ਅਤੇ ਸਾਡੇ ਰੋਗ ਕੱਟੇ ਜਾਣਗੇ ਸਾਰੇ, ਜਿਹੜਾ ਸਾਡੇ ਮਨ ਨੂੰ ਜਨਮ ਮਰਨ ਦਾ ਲੱਗੇ। ਮਹਾਰਾਜ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਉਹ ਸਾਨੂੰ ਇਹ ਔਖਦ ਦੇਣਗੇ ਦਾਰੂ, ਵੀ ਜਿਹੜਾ ਸਾਡੇ ਮਨਾਂ ਵਾਸਤੇ ਇਹ ਦਾਰੂ ਸਾਰੇ ਮਨ ਦੇ ਰੋਗ ਠੀਕ ਹੋ ਜਾਂਦੇ। ਮਹਾਰਾਜ ਕਹਿੰਦੇ ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹ ਲਾਇਓ। ਬਈ ਮਨ ਵਾਸਤੇ ਜਿਹੜਾ ਦਾਰੂ ਉਹ ਹਰੀ ਦਾ ਨਾਮ ਹੈ, ਉਹ ਦਾਰੂ ਲਿਓ। ਜਿਨ੍ਹਾਂ ਗੁਰਮੁਖਾਂ ਦੇ ਰੋਗ ਠੀਕ ਹੋ ਗਏ ਉਹ ਫਿਰ ਆਪਾਂ ਨੂੰ ਦੱਸਦੇ ਵੀ ਅਸੀਂ ਹੋਰ ਪਾ ਛੱਡ ਕੇ ਸਾਰੇ ਵੀ ਅਸੀਂ ਇੱਕੋ ਹੀ ਦਾਰੂ ਲਿਆ ਨਾਮ, ਜਿਹਦੇ ਨਾਲ ਸਾਡੇ ਮਨ ਦੇ ਰੋਗ ਸੀ ਜਿਹੜੇ ਇਹ ਸਾਰੇ ਖਤਮ ਹੋ ਗਏ। ਹੁਣ ਮਨ ਸੀਤਲ ਹੈ ਅਤੇ ਮਨ ਠੰਡਾ ਹੋ ਗਿਆ, ਰੋਗ ਰਹਿਤ ਹੋ ਗਏ। ਮਹਾਰਾਜ ਕਹਿੰਦੇ ਅਵਰ ਪਾਪ ਸਭ ਤਿਆਗਿਆ, ਦਾਰੂ ਨਾਮ ਲਿਆ। ਬਈ ਦਾਰੂ ਸੀ ਜਿਹੜਾ ਨਾਮ ਲਿਆ ਅਤੇ ਸਾਰੇ ਰੋਗ ਖਤਮ ਹੋ ਗਏ, ਰੋਗ ਸੋਗ ਤਾਪ ਸਭ ਮਿਟ ਗਏ, ਸੀਤਲ ਮਨ ਪਏ। ਬਈ ਜਿਹੜਾ ਮਨ ਨੂੰ ਤਾਪ ਚੜ੍ਹਿਆ ਸੀ ਤੀਆ, ਇਹ ਤਰ੍ਹਾਂ ਗੁਣਾਂ ਨੂੰ ਤਾਪ ਕਹਿੰਦੇ। ਜਿਵੇਂ ਕਈ ਜੀਵ ਕਹਿ ਦਿੰਦੇ ਨਾ ਵੀ ਤਾਪ ਚੜ੍ਹੇ, ਅਤੇ ਉਹ ਤਾਪ ਜਿਹੜਾ ਅਸਲ ਤਾਪ ਚੜ੍ਹਦਾ ਉਹ ਸਾਡੇ ਮਨ ਨੂੰ ਚੜ੍ਹਦਾ, ਮਨ ਨੂੰ ਇਹ ਤੀਆ ਤਾਪ ਚੜ੍ਹਦਾ। ਇਹਦਾ ਇਲਾਜ ਸਤਿਗੁਰੂ ਦੱਸਦੇ ਜੋ ਮਾਰੇ ਗਏ ਤੀਨੇ ਤਾਪ ਨਿਵਾਰਨ ਹਾਰ। ਵੀ ਸਾਡੇ ਮਨ ਨੂੰ ਇਹ ਜਿਹੜੇ ਤਿੰਨ ਤਾਪ ਚੜ੍ਹੇ, ਇਹ ਤਿੰਨਾਂ ਦਾ ਨਿਵਾਰਨ ਕਰਨ ਵਾਲਾ, ਇਹ ਤੀਆ ਤਾਪ ਲਾਉਣ ਵਾਲਾ ਉਹ ਸਤਿਗੁਰੂ ਬੈਠੇ ਸਹਿਜ ਘਰ ਦੇ ਵਿੱਚ। ਉਹ ਸਾਡੇ ਮਨ ਨੂੰ ਇਹ ਨਾਮ ਦਾਰੂ ਦੇਣਗੇ ਅਤੇ ਇਹਦਾ ਤਾਪ ਲੈ ਜਾਏਗਾ, ਜਿਹੜੇ ਨੂੰ ਤੀਆ ਚੜ੍ਹਿਆ ਹੋਇਆ ਲੈ ਜਾਏਗਾ, ਇਹ ਰੋਗ ਰਹਿਤ ਹੋ ਜਾਏਗਾ। ਸੋ ਇਸ ਵਾਸਤੇ ਫਿਰ ਕਹਿੰਦੇ ਵੀ ਜਿੰਨੇ ਵੀ ਰੋਗ ਨੇ ਇਹ ਸਾਰੇ ਮਨ ਨੂੰ ਲੱਗੇ। ਮਨਮੁਖ ਹੈ ਜਿਹੜਾ ਉਹ ਰੋਗੀ ਜਿਉਂਦਾ ਅਤੇ ਉਹ ਰੋਗੀ ਮਰ ਜਾਂਦਾ, ਉਹਦਾ ਰੋਗ ਕੱਟੇ ਹੀ ਨਹੀਂ ਜਾਂਦਾ, ਕਿਉਂਕਿ ਗੁਰੂ ਦੀ ਸ਼ਰਨ 'ਚ ਹੀ ਨਹੀਂ ਆਉਂਦਾ, ਗੁਰੂ ਦੀ ਮੱਤ ਹੀ ਨਹੀਂ ਲੈਂਦੇ। ਜਿਹੜੇ ਗੁਰਮੁਖ ਹਰੀ ਦੇ ਜਨ, ਉਹਨਾਂ ਦਾ ਮਨ ਰੋਗ ਰਹਿਤ ਹੋ ਜਾਂਦਾ, ਉਹ ਰੋਗ ਹੋ ਜਾਂਦੇ। ਮਹਾਰਾਜ ਤਾਈਓ ਫਰਮਾਉਂਦੇ ਮੇਰੇ ਰਾਮ ਹਰ ਜਨ ਅਰੋਗ ਭਈ। ਵੀ ਜਿਹੜੇ ਹਰੀ ਦੇ ਜਨ, ਜਿਹੜੇ ਗੁਰਮੁਖ, ਉਹ ਅਰੋਗ ਹੋ ਗਏ, ਵੀ ਉਹਨਾਂ ਨੂੰ ਕੋਈ ਰੋਗ ਨਹੀਂ। ਹੁਣ ਇਹ ਨਹੀਂ ਬਈ ਉਹਨਾਂ ਦੇ ਸਰੀਰ ਨੂੰ ਕੋਈ ਰੋਗ ਨਹੀਂ, ਸਰੀਰ ਨੂੰ ਤਾਂ ਆਪਾਂ ਦੇਖਦੇ ਹਾਂ ਮਹਾਂਪੁਰਸ਼, ਉਹਨਾਂ ਦੇ ਸਰੀਰਾਂ ਨੂੰ ਵੀ ਰੋਗ ਲੱਗ ਜਾਂਦੇ। ਗੁਰੂ ਸਾਹਿਬ ਆਏ, ਭਗਤ ਜਨ ਆਏ, ਉਹਨਾਂ ਦੇ ਸਰੀਰਾਂ ਨੂੰ ਵੀ ਰੋਗ ਲੱਗ ਜਾਂਦੇ। ਹੁਣ ਇਹ ਸਰੀਰ ਦੀ ਗੱਲ ਨਹੀਂ, ਮਨ ਦੀ ਗੱਲ ਹੈ ਵੀ ਉਹਨਾਂ ਦਾ ਮਨ ਜਿਹੜਾ ਉਹ ਮਨ ਰੋਗ ਰਹਿਤ ਹੋ ਜਾਂਦਾ, ਉਹਨਾਂ ਦੇ ਮਨ ਨੂੰ ਕੋਈ ਰੋਗ ਨਹੀਂ ਹੁੰਦਾ।
ਵੀ ਉਹਨਾਂ ਦਾ ਰੋਗ ਜਿਹੜਾ ਜਨਮ ਮਰਨ ਦਾ, ਉਹ ਰੋਗ ਕੱਟਿਆ ਜਾਂਦਾ, ਸਦਾ ਵਾਸਤੇ ਅਮਰ। ਇਹ ਹੁਣ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਤੁਸੀਂ ਇਹ ਜਾਣੋ ਵੀ ਰੋਗ ਕੀ ਨੇ ਅਤੇ ਰੋਗਾਂ ਦਾ ਦਾਰੂ ਕੀ ਹੈ। ਜੇ ਤੁਸੀਂ ਜਾਣ ਲਿਆ ਫਿਰ ਤੁਸੀਂ ਸੁਝਾਣ। ਮਹਾਰਾਜ ਕਹਿੰਦੇ ਰੋਗ ਦਾਰੂ ਦੋਵੇਂ ਬੂਝੇ, ਤਾਂ ਵੈਦ ਸੁਝਾਣ। ਵੀ ਉਹ ਸਿਆਣਾ ਵੈਦ ਹਕੀਮ ਵੀ ਜਿਹੜਾ ਇਹ ਦੋਵੇਂ ਬੁੱਝਦਾ, ਰੋਗ ਵੀ ਅਤੇ ਦਾਰੂ ਵੀ। ਹੁਣ ਰੋਗ ਆਵਾ ਬੁੱਝ ਲਿਆ ਅਗਰ ਬਾਣੀ ਗੁਰੂ ਦਬਾ ਵੀ ਸਭ ਤੋਂ ਵੱਡਾ ਰੋਗ ਸਾਨੂੰ ਇਹ ਜਨਮ ਮਰਨ ਦਾ ਲੱਗੇ, ਜਿਹੜਾ ਅਸੀਂ ਵਾਰ-ਵਾਰ ਜੁੜਨਾ ਚਾਹੁੰਦੇ। ਹੁਣ ਇਹਦਾ ਦਾਰੂ ਕੀ ਹੈ? ਮਹਾਰਾਜ ਕਹਿੰਦੇ ਨਾਮ, ਵੀ ਨਾਮ ਦਾਰੂ ਹੈ, ਨਾਮ ਔਖਦ ਹੈ, ਅਤੇ ਜਿਹਦੇ ਨਾਲ ਹੀ ਸਾਡਾ ਰੋਗ ਕੱਟਿਆ ਜਾਣਾ। ਹੁਣ ਆਓ ਕਿਵੇਂ ਸਾਡਾ ਇਹ ਰੋਗ ਕੱਟਿਆ ਜਾਣਾ? ਉਹ ਦਾਰੂ ਲੈਣ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਂਦਾ। ਜਿਵੇਂ ਆਪਣੇ ਸਰੀਰ ਨੂੰ ਕੋਈ ਰੋਗ ਲੱਗਦਾ, ਆਪਾਂ ਡਾਕਟਰ ਪਾਸ ਚੱਲ ਕੇ ਜਾਂਦੇ ਹਾਂ, ਅਤੇ ਜਾਣ ਵਾਸਤੇ ਆਪਾਂ ਸਾਧਨ ਅਪਣਾਉਂਦੇ ਵੀ ਡਾਕਟਰ ਕੋਲ ਜਾਣਾ ਹੈ, ਅਤੇ ਅਸੀਂ ਉਹ ਸਾਧਨ ਕੋਈ ਨਾ ਕੋਈ ਲੈ ਕੇ ਜਾਵਾਂਗੇ। ਉਹ ਸਾਡੀ ਇੱਛਾ 'ਤੇ ਵੀ ਅਸੀਂ ਕੀ ਸਾਧਨ ਲੈ ਕੇ ਜਾਂਦੇ ਹਾਂ, ਤੁਰ ਕੇ ਜਾਂਦੇ ਹਾਂ ਕਿ ਜਾਂ ਕੋਈ ਹੋਰ ਸਾਧਨ ਅਪਣਾਉਂਦੇ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਸਾਡੇ ਅੰਦਰ ਉਹ ਵੈਦ ਬੈਠੇ, ਉਹ ਬੈਠੇ ਨੇ ਸਹਿਜ ਘਰ ਦੇ ਵਿੱਚ, ਤੈਰ ਘਰ ਨਿਜ ਮਹਿਲ ਦੇ ਵਿੱਚ। ਹੁਣ ਉੱਥੇ ਤੱਕ ਪਹੁੰਚਣ ਵਾਸਤੇ ਉਹ ਵੈਦ ਕੋਲ ਸਾਨੂੰ ਇਹ ਸਾਧਨ ਅਪਣਾਉਣਾ ਪੈਣਾ, ਸਾਨੂੰ ਸਿਮਰਨ ਕਰਨਾ ਪੈਣਾ। ਜਦੋਂ ਅਸੀਂ ਸਿਮਰਨ ਕਰਾਂਗੇ, ਸਿਮਰਨ ਕਰਦੇ 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 ਫਿਰ ਅਸੀਂ ਉਹ ਵੈਦ ਕੋਲ ਚਲੇ ਜਾਵਾਂਗੇ। ਜਦੋਂ ਅਸੀਂ ਵੈਦ ਕੋਲ ਜਾਵਾਂਗੇ ਅਤੇ ਉਹ ਸਾਡੇ ਮੁੱਖ ਦੇ ਵਿੱਚ ਇਹਦੇ ਔਖਦ ਪਾਉਣਗੇ, ਜਿਹਦੇ ਨਾਲ ਸਾਡੇ ਸਾਰੇ ਮਨ ਦੇ ਰੋਗ ਨੇ ਜਿਹੜੇ ਉਹ ਜੜ੍ਹਾਂ ਤੋਂ ਹੀ ਖਤਮ ਹੋ ਜਾਣਗੇ। ਇਸ ਵਰਤਾਏ ਫਿਰ ਮਹਾਰਾਜ ਕਹਿੰਦੇ ਆਪਾਂ ਨੂੰ ਵੀ ਦਾਰੂ ਹੈ ਜਿਹੜਾ ਉਹ ਨਾਮ ਹੈ ਸਾਰੇ ਰੋਗਾਂ ਦਾ। ਹਰ ਕਾ ਨਾਮ ਔਖਦ ਹੈ ਦਾਰੂ ਇਹ ਲਾਇਓ, ਵੀ ਹਰੀ ਦਾ ਨਾਮ ਜਿਹੜਾ ਇਹ ਔਖਦ ਹੈ, ਇਹ ਦਾਰੂ ਅਸੀਂ ਲੈਣਾ। ਹੁਣ ਦਾਰੂ ਲੈਣ ਵਾਸਤੇ ਆਪਾਂ ਇਹ ਸਿਮਰਨ ਕਰਨਾ। ਸਿਮਰਨ ਕਰਦੇ ਕਰਦੇ ਅਸੀਂ ਉਹ ਸਹਿਜ ਘਰ ਤੱਕ ਜਾਣਾ। ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਹੋਈ ਆਪਾਂ ਸਿਮਰਨ ਕਰਦੇ ਕਰਦੇ ਹੌਲੀ ਹੌਲੀ ਅੰਤਰਗਤ ਹੁੰਦੇ ਜਾਣਾ ਸਹਿਜ ਦੇ ਵਿੱਚ, ਤਾਂ ਕਿ ਜਿੱਥੇ ਉਹ ਸਤਿਗੁਰੂ ਵੈਦ ਬੈਠੇ ਅਸੀਂ ਮਨ ਨੂੰ ਇੰਨਾ ਸਹਿਜ ਵਿੱਚ ਲੈ ਜਾਣਾ ਵੀ ਤਾਂ ਕਿ ਜੋ ਸ਼ਬਦ ਨਾਮ ਉਹ ਸਾਨੂੰ ਸੁਣਨ ਲੱਗ ਜੇ। ਉੱਥੇ ਜਦੋਂ ਉਹ ਸ਼ਬਦ ਸਾਨੂੰ ਸੁਣੇਗਾ, ਉਹ ਸ਼ਬਦ ਦੇ ਵਿੱਚੋਂ ਹੀ ਸਾਨੂੰ ਅੰਮ੍ਰਿਤ ਆਏਗਾ, ਸਾਡੇ ਮਨ ਦਾ ਭੋਜਨ, ਮਨ ਦੀ ਖੁਰਾਕ। ਸੋ ਇਸ ਲਈ ਹੁਣ ਅਸੀਂ ਇਹ ਨਾਮ ਤੱਕ ਪਹੁੰਚਣ ਵਾਸਤੇ ਇਹ ਵੱਧ ਤੋਂ ਵੱਧ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਰਦੇ ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਨਾਲ ਨਾਲ ਵਿਚਾਰਨਾ ਅਤੇ ਵੱਧ ਤੋਂ ਵੱਧ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਸਮਝਣ ਗੁਜ਼ਰਾ ਕਰਾਇਆ ਗੁਰਮੁਖ ਜਨਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਬਈ ਜੋ ਸਾਡੇ ਸਾਰਿਆਂ ਦੇ ਜੀਵਨ ਦਾ ਅਸਲ ਮਨੋਰਥ, ਬਈ ਜਿਹੜੇ ਸਾਡੇ ਮਨ ਨੂੰ ਇਹ ਰੋਗ ਲੱਗੇ, ਕਿਵੇਂ ਸਾਡੇ ਮਨ ਦੇ ਰੋਗ ਠੀਕ ਹੋਣੇ, ਕਿਵੇਂ ਅਸੀਂ ਰੋਗ ਰਹਿਤ ਹੋਣਾ ਅਤੇ ਸਦਾ ਵਾਸਤੇ ਅਸੀਂ ਜੀਵਨ ਮੁਕਤ ਹੋਣਾ ਅਤੇ ਅਸੀਂ ਅਮਰ, ਉਹ ਹੁਣ ਆਪਾਂ ਸਾਰਾ ਭੇਤ ਲੈ ਕੇ ਇਹ ਮਨ ਨੂੰ ਰੋਗ ਰਹਿਤ ਕਰਨਾ ਅਤੇ ਪਰਖ ਕਰਨੀ ਆਪਣੇ ਆਪੇ ਦੀ। ਅੰਨ੍ਹੋ ਅਸੀਂ ਪਾਰਖ ਹਾਂ, ਮਾਰੇ ਕਹਿੰਦੇ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਵੀ ਫਿਰ ਹੀ ਅਸੀਂ ਅਸਲ ਪਾਰਖ ਨੂੰ, ਜੇ ਅਸੀਂ ਆਪਦੇ ਆਪੇ ਦੀ ਪਰਖ ਕਰਾਂਗੇ, ਆਪਣੇ ਆਪੇ ਦੀ ਪਹਿਚਾਣ ਕਰਾਂਗੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।